ਦੋ ਪੋਲੇ ਮਾਰੋ, ਦੋ ਛਿੱਤਰ ਮਾਰੋ, ਦੋ ਜੁੱਤੀਆਂ ਮਾਰੋ। ਕਹਿੰਦੇ ਇਦਾਂ ਦੀ ਗੱਲ ਕਿਉਂ ਢਿੱਲੇ ਕਰਕੇ ਥੱਲੇ ਨੂੰ ਲਟਕਾ ਲਵੇ ਨਾ ਕਿ ਇਹਦਾ ਮਤਲਬ ਨੂੰ ਵਜ਼ੀਰ ਬਣਾਉਣ ਦੀ ਇਬਤਦਾ ਇੱਥੋਂ ਹੀ ਹੋਈ ਸੀ। ਸਾਂਗ ਦੋਸਤੋ, ਮੈਂ ਖਾਲਿਦ ਭੱਟੀ ਆਸਟ੍ਰੇਲੀਆ ਤੋਂ ਬੜੀ ਮਜ਼ੇ ਦੀ ਗੱਲ ਸੁਣਾਉਣ ਲੱਗਾ ਵਾਂ, ਸੁਣੋ ਜ਼ਰਾ। ਕਹਿੰਦੇ ਨੇ ਇੱਕ ਬਾਦਸ਼ਾਹ ਸੀ, ਉਹਨੇ ਆਪਣੇ ਬਿਨੋਈ ਦੀ ਸਿਫਾਰਿਸ਼ ਤੇ ਇੱਕ ਸ਼ਖਸ ਨੂੰ ਨਾ ਮੌਸਮੀਅਤ ਦਾ ਵਜ਼ੀਰ ਲਾ ਦਿੱਤਾ। ਇੱਕ ਰੋਜ਼ ਬਾਦਸ਼ਾਹ ਦਾ ਸ਼ਿਕਾਰ ਤੇ ਜਾਣ ਦਾ ਪ੍ਰੋਗਰਾਮ ਬਣਿਆ ਤੇ ਰਵਾਨਗੀ ਤੋਂ ਪਹਿਲੇ ਉਹਨੇ ਆਪਣੇ ਵਜ਼ੀਰ ਨੂੰ ਪੁੱਛਿਆ ਕਿ ਬਈ ਮੌਸਮ ਦਾ ਕੀ ਹਾਲ ਚਾਲ ਹੈ। ਅੱਛਾ, ਵਜ਼ੀਰ ਕਹਿਣ ਲੱਗਾ ਕਿ ਬਾਦਸ਼ਾਹ ਸਲਾਮਤ, ਮੌਸਮ ਬਹੁਤ ਚੰਗਾ ਜੇ, ਤੁਸੀਂ ਯਾਨੀ ਕਿ ਸ਼ਿਕਾਰ ਤੇ ਅਗਰ ਜਾਣਾ ਤੇ ਤੁਸੀਂ ਜਾ ਸਕਦੇ ਹੋ, ਤੇ ਅਗਲੇ ਕਈ ਰੋਜ਼ ਤੱਕ ਮੌਸਮ ਇਹੋ ਜਿਹਾ ਰਹੇਗਾ, ਬਾਰਿਸ਼ ਦਾ ਕੋਈ ਇਮਕਾਨ ਨਹੀਂ ਹੈ। ਤੇ ਬਾਦਸ਼ਾਹ ਬੜਾ ਖੁਸ਼ ਹੋਇਆ, ਉਹਨੇ ਕਿਹਾ ਚਲੋ ਠੀਕ ਹੈ ਜੀ। ਬਾਦਸ਼ਾਹ ਮੁਤਮਿਨ ਹੋ ਕੇ ਆਪਣਾ ਲਾਓ ਲਸ਼ਕਰ ਲੈ ਕੇ ਤੇ ਸ਼ਿਕਾਰ ਤੇ ਨਿਕਲ ਜਾਂਦਾ। ਥੋੜੀ ਦੂਰ ਅੱਗੇ ਜਾਂਦਾ ਤੇ ਰਸਤੇ ਦੇ ਵਿੱਚ ਉਹਨੇ ਇੱਕ ਨਾ ਘੁਮਾਰ ਲੱਭਦਾ ਹੈ ਜਿਹੜਾ ਭਾਂਡੇ ਭੁੰਡੇ ਬਣਾਉਂਦਾ। ਉਹਨੇ ਕਿਹਾ ਬਾਦਸ਼ਾਹ ਸਲਾਮਤ, ਤੁਸੀਂ ਬਾਦਸ਼ਾਹ ਸਲਾਮਤ ਹੋ, ਤੁਸੀਂ ਚੱਲੇ ਕਿੱਥੇ ਹੋ? ਇਹ ਮੌਸਮ, ਇਸ ਮੌਸਮ 'ਚ ਕਿੱਥੇ ਜਾ ਰਹੇ ਹੋ? ਉਹਨੇ ਕਿਹਾ ਜੀ ਕਿ ਮੈਂ ਤੇ ਸ਼ਿਕਾਰ ਤੇ ਚੱਲਾਂ। ਤੇ ਘੁਮਾਰ ਕਹਿਣ ਲੱਗਾ ਕਿ ਹਜ਼ੂਰ, ਮੌਸਮ ਕੁਛ ਹੀ ਦੇਰ 'ਚ ਬੜਾ ਸਖਤ ਖਰਾਬ ਹੋਣ ਵਾਲਾ ਜੇ ਤੇ ਬਾਰਿਸ਼ ਦੇ ਇਮਕਾਨਾਤ ਬੜੇ ਜ਼ਿਆਦਾ ਨੇ ਕਿ ਮੀਂਹ ਪੈਣ ਲੱਗ ਪਏਗਾ। ਬਾਦਸ਼ਾਹ ਨੇ ਕਿਹਾ ਕਿ ਬਰਤਨ ਬਣਾਉਣ ਵਾਲੇ ਤੇ ਖੋਤੇ ਤੇ ਲੱਦ ਕੇ ਬਰਤਨ ਵੇਚਣ ਵਾਲਿਆਂ ਨੂੰ ਮੌਸਮ ਦਾ ਕੀ ਪਤਾ, ਤੂੰ ਕੀ ਜਾਣੇ ਮੌਸਮ ਦਾ ਹਾਲ ਹੈ। ਮੇਰੇ ਵਜ਼ੀਰ ਨੇ ਮੈਨੂੰ ਦੱਸਿਆ ਕਿ ਮੌਸਮ ਬੜਾ ਹੀ ਸੋਹਣਾ ਵੇ, ਖੁਸ਼ਗਵਾਰ ਹੈ ਤੇ ਸ਼ਿਕਾਰ ਵਾਸਤੇ ਬੜਾ ਹੀ ਮੌਜ਼ੂ ਹੈ, ਵੱਲ ਮੌਸਮ ਹੈ, ਤੇ ਤੂੰ ਕਹਿ ਰਿਹਾ ਕਿ ਬਾਰਿਸ਼ ਹੋਣ ਵਾਲੀ ਹੈ। ਫਿਰ ਬਾਦਸ਼ਾਹ ਸਿਰਫ ਇੱਥੇ ਨਹੀਂ ਰੁਕਿਆ, ਉਹਨੇ ਆਪਣੇ ਉੱਥੇ ਕਰਿੰਦਿਆਂ ਨੂੰ ਕਿਹਾ ਕਿ ਇਹਨੂੰ ਜ਼ਰਾ ਦੋ ਪੋਲੇ ਮਾਰੋ, ਦੋ ਛਿੱਤਰ ਮਾਰੋ, ਦੋ ਜੁੱਤੀਆਂ ਮਾਰੋ। ਕਹਿੰਦੇ ਇਦਾਂ ਦੀ ਗੱਲ ਕਿਉਂ ਕੀਤੀ ਹੈ। ਖੈਰ ਬਾਦਸ਼ਾਹ ਦੇ ਹੁਕਮ ਦੇ ਉੱਤੇ ਫੌਰੀ ਤੌਰ ਤੇ ਕੁਮਾਰ ਨੂੰ ਦੋ ਜੁੱਤੀਆਂ, ਦੋ ਪੌਲੇ ਨਕਦ ਹੀ ਮਾਰ ਦਿੱਤੇ। ਉੱਥੇ ਹੀ ਬਾਦਸ਼ਾਹ ਸ਼ਿਕਾਰ ਵਾਸਤੇ ਜੰਗਲ 'ਚ ਦਾਖਲ ਹੋ ਗਿਆ। ਹੁਣ ਕਹਿੰਦੇ ਨੇ ਕਿ ਬਾਦਸ਼ਾਹ ਨੇ ਥੋੜੀ ਦੇਰ ਗੁਜ਼ਰੀ ਸੀ, ਥੋੜੇ ਅੱਗੇ ਗਿਆ ਸੀ ਕਿ ਗਟਾਰ ਟੋਕ ਜਨ ਕੇ ਕਾਲੇ ਬੱਦਲ ਆ ਗਏ। ਇੱਕ ਅੱਧਾ ਘੰਟੇ ਦੇ ਬਾਅਦ ਗਰ ਚਮਕ ਵੀ ਸ਼ੁਰੂ ਹੋ ਗਈ ਔਰ ਫਿਰ ਬਾਰਿਸ਼ ਤੇ ਮੀਂਹ ਇਹੋ ਜਿਹਾ ਵਸਿਆ ਕਿ ਅੱਲਾ ਦੀ ਪਨਾਹ, ਹਰ ਤਰਫ ਕਚਰਾ ਤੇ ਦਲਦਲ ਹੀ ਦਲਦਲ ਬਣ ਗਈ। ਬਾਦਸ਼ਾਹ ਤੇ ਉਹਦੇ ਸਾਰੇ ਜਿਹੜੇ ਨਾਲ ਲੋਕ ਸੀ, ਕਰਿੰਦੇ ਸੀ, ਉਹ ਸ਼ਿਕਾਰ ਕਰਨਾ ਭੁੱਲ ਗਏ। ਜੰਗਲ 'ਚ ਵੀ ਪਾਣੀ ਜਲ ਥਲ ਹੋ ਗਿਆ ਤੇ ਖਾਕ ਸ਼ਿਕਾਰ ਹੋਣਾ ਸੀ, ਸ਼ਿਕਾਰ ਹੋ ਨਹੀਂ ਸੀ ਸਕਦਾ। ਬਾਦਸ਼ਾਹ ਨੇ ਜਾਨ ਛੁਡਾਈ ਤੇ ਵਾਪਸੀ ਦਾ ਸਫ਼ਰ ਸ਼ੁਰੂ ਕੀਤਾ ਤੇ ਬੜੇ ਭੈੜੇ ਹਾਲਾਂ 'ਚ ਵਾਪਸੀ ਮਹਿਲ ਪਹੁੰਚਿਆ। ਮਹਿਲ ਵਾਪਸ ਆ ਕੇ ਉਹਨੇ ਦੋ ਕੰਮ ਕੀਤੇ। ਪਹਿਲਾ ਹੈ ਕਿ ਉਹ ਜਿਹੜਾ ਵਜ਼ੀਰ ਸੀ ਮੌਸਮੀਆਤ ਦਾ ਬਣਾਇਆ, ਉਹਨੂੰ ਫੌਰੀ ਤੌਰ ਤੇ ਫਾਰਗ ਕੀਤਾ। ਤੇ ਦੂਜਾ ਉਹਨੇ ਕਿਹਾ ਜੀ ਕਿ ਕੁਮਾਰ ਨੂੰ ਜ਼ਰਾ ਤਲਬ ਕਰੋ, ਜ਼ਰਾ ਬੁਲਾਓ ਉਹਨੂੰ ਇੱਥੇ। ਉਹਨੇ ਇਨਾਮਾਤ ਵੀ ਦਿੱਤੇ ਤੇ ਉਹਨੂੰ ਕਿਹਾ ਜੀ ਕਿ ਤੈਨੂੰ ਨਾ ਮੈਂ ਹੁਣ ਤੈਨੂੰ ਵਜ਼ੀਰੇ ਮੌਸਮੀਆਤ ਬਣਾਉਣਾ। ਗੱਲ ਬੜੀ ਮਜ਼ੇ ਦੀ ਹੈ। ਕੁਮਾਰ ਨੇ ਹੱਥ ਜੋੜ ਕੇ ਕਹਿਣ ਲੱਗਾ ਕਿ ਹਜ਼ੂਰ, ਮੈਂ ਅਨਪੜ੍ਹ ਤੇ ਜਾਹਿਲ ਸ਼ਖਸ ਹਾਂ, ਮੈਂ ਸਲਤਨਤ ਦੀ ਵਜ਼ਾਰਤ ਕਿਵੇਂ ਕਰ ਸਕਣਾ ਵਾ? ਮੈਨੂੰ ਤੇ ਸਿਰਫ ਇਹ ਭਾਂਡੇ ਭੁੰਡੇ ਬਣਾ ਕੇ ਤੇ ਉਹਨਾਂ ਨੂੰ ਗਧੇ ਦੇ ਉੱਤੇ ਖੋਤੇ ਤੇ ਲੱਦ ਕੇ ਫਰੋਖਤ ਕਰਨ ਤੋਂ ਇਲਾਵਾ ਕੋਈ ਕੰਮ ਹੀ ਨਹੀਂ ਆਉਂਦਾ ਤੇ ਮੈਨੂੰ ਮੌਸਮ ਦਾ ਰੱਤੀ ਬਰਾਬਰ ਵੀ ਨਹੀਂ ਪਤਾ। ਹਾਂ, ਅਲਬੱਤਾ ਇੱਕ ਗੱਲ ਹੈ ਵੇ, ਕਹਿੰਦਾ ਕਿ ਜਦੋਂ ਮੇਰਾ ਖੋਤਾ, ਮੇਰਾ ਗਧਾ ਆਪਣੇ ਕੰਨ ਢਿੱਲੇ ਕਰਕੇ ਥੱਲੇ ਨੂੰ ਲਟਕਾ ਲਵੇ ਨਾ ਤੇ ਇਹਦਾ ਮਤਲਬ ਹੈ ਕਿ ਬਾਰਿਸ਼ ਜ਼ਰੂਰ ਹੋਏਗੀ। ਤੇ ਇਹ ਮੇਰਾ ਤਜਰਬਾ ਕਦੀ ਵੀ ਨਾਕਾਮ ਨਹੀਂ ਹੋਇਆ। ਮੇਰੇ ਗਧੇ ਨੇ ਜਿਹੜੇ ਵੀ ਤਜਰਬਾ ਕੀਤਾ ਤੇ ਕਦੀ ਵੀ ਗਲਤ ਨਹੀਂ ਸਾਬਤ ਹੋਇਆ। ਇਹ ਸੁਣ ਕੇ ਬਾਦਸ਼ਾਹ ਨੇ ਇੱਕ ਤਾਰੀਖੀ ਫੈਸਲਾ ਕੀਤਾ। ਤਾਰੀਖੀ ਫੈਸਲਾ ਸੁਣਾਉਂਦੇ ਹੋਏ ਕੁਮਾਰ ਦੇ ਖੋਤੇ ਨੂੰ ਵਜ਼ੀਰੇ ਮੌਸਮੀਆਤ ਮੁਕਰਰ ਕਰ ਦਿੱਤਾ ਤੇ ਮੋਰਖ ਕਹਿੰਦਾ ਵੇ ਕਿ ਖੋਤਿਆਂ ਨੂੰ ਵਜ਼ੀਰ ਬਣਾਉਣ ਦੀ ਇਬਤਦਾ ਇੱਥੋਂ ਹੀ ਹੋਈ ਸੀ